हाँ जी, सਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਮੈਂ ਫੇਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਪੀਟੀ ਦੀ ਕੁਝ ਇੰਪੋਰਟੈਂਟ ਜਾਣਕਾਰੀ ਲੈ ਕੇ, ਜੋ ਤੁਹਾਡੇ ਇੰਪੋਰਟੈਂਟ ਟ੍ਰਿਕਸ ਟਿਪਸ ਨੇ ਤੇ ਉਹ ਪੀਟੀ ਦੀ ਜਾਣਕਾਰੀ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਮੈਂ ਆਪਣੀ ਲਾਸਟ ਵੀਡੀਓ ਦੇ ਵਿੱਚ ਵੀ ਇਹੀ ਡਿਸਕਸ ਕੀਤਾ ਸੀਗਾ ਕਿ ਪੀਟੀ 'ਚ ਐਕਚੁਅਲ 'ਚ ਹੈ ਕੀ ਹੈ, ਇਸ ਪੀਟੀ ਈਜ਼ੀ ਕਿ ਪੀਟੀ ਬਹੁਤ ਜ਼ਿਆਦਾ ਸੌਖਾ ਹੈ ਜਾਂ ਆਈਲੈਟਸ ਬਹੁਤ ਜ਼ਿਆਦਾ ਔਖਾ ਹੈ, ਤੇ ਕਿਹੜਾ ਜਿਹੜਾ ਸੌਫਟਵੇਅਰ ਹੈਗਾ ਉਹ ਪੀਟੀ ਦੀ ਪ੍ਰੈਪਰੇਸ਼ਨ ਦੇ ਲਈ ਬੈਟਰ ਹੈਗਾ। ਤੁਸੀਂ ਕਿਵੇਂ, ਤੁਹਾਨੂੰ ਪਤਾ ਹੈ ਕਿ ਤੁਸੀਂ ਐਗਜ਼ਾਮ ਦੇ ਲਈ ਪ੍ਰਪੇਅਰ ਹੋ, ਮਤਲਬ ਮੈਂ ਹੁਣ ਐਗਜ਼ਾਮ ਫਿਲ ਕਰ ਸਕਦਾ ਜਾਂ ਕਰ ਸਕਦੀ ਹਾਂ, ਤੇ ਕਿਹੜੇ ਟ੍ਰਿਕਸ ਨੂੰ ਤੁਸੀਂ ਯੂਜ਼ ਕਰਨਾ ਹੈ, ਕਿਹੜੇ ਕਿਹੜੇ ਮੋਡਿਊਲਸ ਦੇ ਵਿੱਚ ਤੁਸੀਂ ਟ੍ਰਿਕਸ ਨੂੰ ਫੋਲੋ ਕਰ ਸਕਦੇ ਹੋ, ਇਹ ਸਾਰਾ ਕੁਝ ਅਸੀਂ ਡਿਸਕਸ ਕੀਤਾ ਸੀਗਾ ਕਿ ਪੀਟੀ ਦਾ ਰਿਜ਼ਲਟ ਟਾਈਮ ਪੀਰੀਅਡ ਕੀ ਹੁੰਦਾ ਹੈ, ਕਿੰਨੇ ਦਿਨਾਂ ਦੇ ਵਿੱਚ ਪੀਟੀ ਦਾ ਰਿਜ਼ਲਟ ਆ ਜਾਂਦਾ ਹੈ, ਤੇ ਜਿਹੜੀ ਪੀਟੀ ਦੀ ਰਿਵੈਲੂਏਸ਼ਨ ਹੈਗੀ ਹੈ ਉਹ ਤੁਹਾਡੇ ਸਕੋਰ ਨੂੰ ਇਫੈਕਟ ਕਰਦੀ ਹੈ ਜਾਂ ਨਹੀਂ ਕਰਦੀ ਹੈ। ਇਹ ਸਾਰਾ ਕੁਝ ਮੈਂ ਆਪਣੀ ਲਾਸਟ ਵੀਡੀਓ ਦੇ ਵਿੱਚ ਡਿਸਕਸ ਕੀਤਾ ਸੀਗਾ, ਤੇ ਅੱਜ ਅਸੀਂ ਫਿਰ ਕੁਝ ਇੰਪੋਰਟੈਂਟ ਪੁਆਇੰਟਸ ਨੂੰ ਡਿਸਕਸ ਕਰਾਂਗੇ। ਜਿਹੜਾ ਸਾਡਾ ਪਹਿਲਾ ਪੁਆਇੰਟ ਹੈ ਉਹ ਪੀਟੀਈ ਹੈਗਾ ਕਿ ਇਟ ਇਜ਼ ਦੀ ਪੀਅਰਸਨ ਟੈਸਟ ਆਫ ਇੰਗਲਿਸ਼। The Pearson test of English is a standard assessment that determines your English fluency through basic knowledge skills like reading, writing, listening, and speaking. The PTE exam is accepted various educational institutions across the world as proof of English proficiency. Means this is the basic test which is used to check your English proficiency, जो ਤੁਹਾਡੀ proficiency ਨੂੰ ਚੈੱਕ ਕਰਦਾ ਹੈ ਪਲੱਸ ਤੁਹਾਡੀ fluency ਨੂੰ ਚੈੱਕ ਕਰਦਾ ਹੈ। ਫਲੂਐਂਸੀ ਨੂੰ ਚੈੱਕ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਇੰਗਲਿਸ਼ ਕਿੰਨੀ ਫਾਸਟ ਬੋਲਦੇ ਹੋ, ਕਿੰਨੀ ਫਲੂਐਂਟ ਬੋਲਦੇ ਹੋ। ਉਹਦਾ ਮਤਲਬ ਇਹ ਹੈਗਾ ਕਿ ਤੁਹਾਨੂੰ ਇੰਗਲਿਸ਼ ਬੋਲਣੀ ਆਉਂਦੀ ਹੈ ਜਾਂ ਨਹੀਂ ਬੋਲਣੀ ਆਉਂਦੀ, ਮਤਲਬ ਦੈਟ ਇਜ਼ ਦੀ ਫਲੂਐਂਸੀ। ਫਲੂਐਂਸੀ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਬਹੁਤ ਤੇਜ਼ ਤੇਜ਼ ਇੰਗਲਿਸ਼ ਬੋਲਦੀ, ਦਿਸ ਇਜ਼ ਦੀ ਫਲੂਐਂਸੀ। ਤੇ ਇਹਦੇ ਵਿੱਚ ਜਿਹੜੇ ਤੁਹਾਡੇ ਪਾਰਟਸ ਹੁੰਦੇ ਆ ਰੀਡਿੰਗ, ਰਾਈਟਿੰਗ, listening and speaking, means your score will be evaluated according to these four modules. Next question is, what are the different types of PTE exam? ਕਿ ਕਿੰਨੀਆਂ ਟਾਈਪਸ ਹੈ ਪੀਟੀ ਐਗਜ਼ਾਮ ਦੀਆਂ, ਕਿਉਂਕਿ ਜਦੋਂ ਆਪਾਂ ਇੰਸਟੀਚਿਊਟ ਦੇ ਵਿੱਚ ਤਿਆਰੀ ਕਰਦੇ ਹਾਂ ਤਾਂ ਉੱਥੇ ਸਾਨੂੰ ਬੇਸਿਕ ਨੌਲੇਜ ਨਹੀਂ ਹੁੰਦੀ, ਤੇ ਜਦੋਂ ਅਸੀਂ ਐਗਜ਼ਾਮ ਫਿਲ ਕਰਦੇ ਹਾਂ ਤਾਂ ਉੱਥੇ ਉਹ ਪੁੱਛਦਾ ਹੈ ਕਿ ਤੁਸੀਂ ਪੀਟੀ ਅਕੈਡਮਿਕ ਜਾਂ ਜਰਨਲ ਭਰ ਰਹੇ ਹੋ ਜਾਂ ਕਿਹੜਾ ਭਰ ਰਹੇ ਹੋ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇਹ ਐਗਜ਼ਾਮ ਦੇ ਰਿਹਾ ਹਾਂ, ਮਤਲਬ ਕਿਉਂ ਦੇ ਰਿਹਾ, ਕਿ ਮੈਂ ਅਕੈਡਮਿਕ ਦੇਣਾ ਹੈ, ਜਰਨਲ ਦੇਣਾ ਹੈ ਜਾਂ ਹੋਮ ਦੇਣਾ ਹੈ। ਤੇ ਬੇਸਿਕਲੀ ਇਹਦੀਆਂ ਤਿੰਨ ਟਾਈਪਸ ਹੁੰਦੀਆਂ, PTE academic, PTE journal and PTE home। ਤੇ ਤਿੰਨੋਂ ਡਿਫਰੈਂਸ਼ੀਏਟ ਕਰਦੀਆਂ, ਤਿੰਨਾਂ ਦੇ ਵਿੱਚ ਡਿਫਰੈਂਸ ਹੈ, ਤਿੰਨੋਂ ਸੇਮ ਨਹੀਂ ਹੈ। ਜਿਵੇਂ ਕਿ ਆਈਲੈਟਸ ਵੀ ਹੈ, ਆਈਲੈਟਸ ਅਕੈਡਮਿਕ ਹੁੰਦਾ ਜਾਂ ਆਈਲੈਟਸ ਜਰਨਲ ਹੁੰਦਾ, ਤੇ ਉਹ ਵੀ ਡਿਫਰੈਂਸ ਹੈ। ਤੇ ਸਿਮਿਲਰਲੀ ਇਹਨਾਂ ਤਿੰਨਾਂ ਦੇ ਵਿੱਚ ਵੀ ਡਿਫਰੈਂਸ ਹੈ। ਤੇ ਜਿਹੜੀ ਫਸਟ ਸਾਡੀ ਹੈਗੀ ਆ ਉਹ ਹੈਗੀ ਆ PTE academic, ਮੀਨਸ PTE A। ਐਕਚੁਅਲ 'ਚ PTE academic ਹੈ ਕੀ ਹੈ? It is a structured for international students to determine their level of proficiency in the English language. Several educational institutions accept PTE as a proof of English fluency। Means ਇਹ ਵੀ ਤੁਹਾਡਾ ਇੰਗਲਿਸ਼ ਪ੍ਰੋਫੀਸ਼ੀਐਂਸੀ ਦਾ ਟੈਸਟ ਹੈ ਕਿ ਤੁਹਾਡੀ ਇੰਗਲਿਸ਼ ਦੀ ਪ੍ਰੋਫੀਸ਼ੀਐਂਸੀ ਕਿੰਨੀ ਹੈ, ਤੁਸੀਂ ਇੰਗਲਿਸ਼ ਦੇ ਵਿੱਚ ਕਿੰਨੇ ਫਲੂਐਂਟਲੀ ਤੁਸੀਂ ਉਹਨੂੰ ਬੋਲ ਸਕਦੇ ਹੋ। ਪਲੱਸ ਜਿਹੜਾ ਤੁਹਾਡਾ ਪੀਟੀ ਅਕੈਡਮਿਕ ਹੈ ਉਹ ਤੁਹਾਡਾ ਸਟੱਡੀ ਪਰਪਸ ਪਲੱਸ ਤੁਹਾਡਾ ਇਮੀਗ੍ਰੇਸ਼ਨ ਪਰਪਸ ਦੇ ਲਈ ਯੂਜ਼ ਹੁੰਦਾ ਹੈ। Means you can say PT academic is for the candidates who want to study in countries where the primary medium of communication is English। Means ਕੁਝ ਕੰਟਰੀਆਂ ਹੈ ਜਿਨ੍ਹਾਂ ਦੇ ਵਿੱਚ ਪ੍ਰਾਇਮਰੀ ਲੈਂਗੁਏਜ ਹੀ ਇੰਗਲਿਸ਼ ਹੈ, ਮਤਲਬ ਉਹਨਾਂ ਦੀ ਪ੍ਰਾਇਮਰੀ ਲੈਂਗੁਏਜ ਇੰਗਲਿਸ਼ ਹੈ, ਨਾਟ ਲਾਈਕ ਪੰਜਾਬੀ, ਹਿੰਦੀ, ਜਰਮਨ ਜਾਂ ਸਪੈਨਿਸ਼, ਮਤਲਬ ਉਹ ਇੰਗਲਿਸ਼ ਨੂੰ ਸਮਝਦੇ ਆ। ਤਾਂ ਉੱਥੇ ਜਿਹੜੀਆਂ ਕੰਟਰੀਜ਼ ਹੈ ਉਹ ਸਾਡਾ ਪੀਟੀ ਹੀ ਅਕੈਡਮਿਕ ਹੀ ਚੱਕਦੀਆਂ, ਮਤਲਬ ਉਹ ਪੀਟੀ ਹੀ ਅਕੈਡਮਿਕ ਹੀ ਉੱਥੇ ਚੱਲਦਾ ਹੈ। It is a computer-based English test that measures a candidate command of the English language। ਇਹ ਤੁਹਾਡੀ ਕਮਾਂਡ ਨੂੰ ਚੈੱਕ ਕਰਦਾ ਹੈ ਕਿ ਤੁਸੀਂ ਇੰਗਲਿਸ਼ ਲੈਂਗੁਏਜ ਤੇ ਤੁਹਾਡੀ ਕਿੰਨੀ ਕੁ ਕਮਾਂਡ ਹੈ, ਤੁਸੀਂ ਕਿੰਨੀ ਵਧੀਆ ਤਰੀਕੇ ਨਾਲ ਇੰਗਲਿਸ਼ ਬੋਲ ਸਕਦੇ ਹੋ, ਸਮਝ ਸਕਦੇ ਹੋ ਤੇ ਲਿਖ ਸਕਦੇ ਹੋ। ਮਤਲਬ ਸਾਰੇ ਲੈਵਲਸ ਆਉਂਦੇ ਆ ਇਹਦੇ ਵਿੱਚ, ਰੀਡਿੰਗ, ਰਾਈਟਿੰਗ, ਸਪੀਕਿੰਗ and listening, ਚਾਰੋਂ ਮੋਡਿਊਲਸ ਹੁੰਦੇ ਆ ਪੀਟੀ ਅਕੈਡਮਿਕ ਦੇ ਵਿੱਚ, and it is valid for the student visa as well as for the immigration purpose। Next type is the PTE journal। Means what is PTE journal? Also known as the international certificate। PTE journal consists of a written paper and an interview। The exam is designed for vocational purposes to reward positive achievement in English language study। On the other hand, immigration authorities do not recognize this test।
ਮੀਨਸ ਕੁਝ ਕੰਟਰੀਜ਼ ਦੇ ਵਿੱਚ ਇਸ ਟੈਸਟ ਨੂੰ ਰਿਕੋਗਨਾਈਜ਼ ਨਹੀਂ ਕੀਤਾ ਜਾਂਦਾ, ਜਿਨ੍ਹਾਂ ਦੀ ਪ੍ਰਾਇਮਰੀ ਲੈਂਗੁਏਜ ਇੰਗਲਿਸ਼ ਹੈ ਉਹ ਕੰਟਰੀਜ਼ ਇਹਨੂੰ ਰਿਕੋਗਨਾਈਜ਼ ਨਹੀਂ ਕਰਦੀਆਂ, ਜਿਨ੍ਹਾਂ ਦੀ ਪ੍ਰਾਇਮਰੀ ਲੈਂਗੁਏਜ ਹੀ ਇੰਗਲਿਸ਼ ਹੋ ਗਈ। ਤੇ ਇਹ ਤੁਹਾਡਾ ਪੇਪਰ ਦੇ ਵਿੱਚ ਸੈੱਟ ਆਉਂਦਾ ਰਿਟਨ ਪੇਪਰ ਦਾ, ਪਲੱਸ ਤੁਹਾਡੀ ਹੁੰਦੀ ਹੈ ਇੰਟਰਵਿਊ। ਇਹ ਤੁਸੀਂ ਯੂਜ਼ ਕਰਦੇ ਹੋ ਵੋਕੇਸ਼ਨਲ ਪਰਪਸਿਸ ਲਈ, ਮੀਨਸ ਤੁਸੀਂ ਕਿਤੇ ਵਰਕ ਵੀਜ਼ਾ ਅਪਲਾਈ ਕਰਨਾ ਹੈ, ਉੱਥੇ ਤੁਸੀਂ ਇਸ PTE ਜਰਨਲ ਨੂੰ ਯੂਜ਼ ਕਰ ਸਕਦੇ ਹੋ। ਐਂਡ PTE journal is a proof of your English proficiency for both education and work purposes. It is more accepted by non-English speaking European nations. ਮੀਨ ਜਿਵੇਂ ਯੂਰਪ ਹੋ ਗਿਆ, ਉਹਦੇ ਵਿੱਚ ਤੁਹਾਡੀ ਜਿਹੜੀ ਪ੍ਰਾਇਮਰੀ ਲੈਂਗੁਏਜ ਹੈ ਉਹ ਇੰਗਲਿਸ਼ ਨਹੀਂ ਹੈਗੀ ਹੈ, ਤੇ ਪਲੱਸ ਤੁਹਾਡਾ ਜਰਮਨ ਹੋ ਗਿਆ, ਉਹਨਾਂ ਦੀ ਪ੍ਰਾਇਮਰੀ ਲੈਂਗੁਏਜ ਜਰਮਨੀ ਹੈ, ਤੇ ਉਹ ਤੁਹਾਨੂੰ ਆਉਣੀ ਚਾਹੀਦੀ ਹੈ, ਤੇ ਉੱਥੇ ਉਹ ਕੰਟਰੀਜ਼ PTE ਜਰਨਲ ਨੂੰ ਅਸੈਪਟ ਕਰਦੀਆਂ। And it is designed to reward positive achievements in English language learning. Means ਤੁਹਾਡੀ ਇੰਗਲਿਸ਼ ਲਰਨਿੰਗ ਦੇ ਵਿੱਚ ਕਿੰਨੀਆਂ ਕੁ ਪੋਜ਼ਿਟਿਵ ਅਚੀਵਮੈਂਟਸ ਹੈ, ਉਸ ਚੀਜ਼ ਨੂੰ ਰਿਪਰੈਜ਼ੈਂਟ ਕਰਨ ਲਈ ਆਪਾਂ ਯੂਜ਼ ਕਰਦੇ ਹਾਂ PTE ਜਰਨਲ। ਐਂਡ PTE ਜਰਨਲ ਇਜ਼ ਨਾਟ ਵੈਲਿਡ ਫॉर the immigration purposes, means it is valid for the non-native English speaking countries ਜਿਨ੍ਹਾਂ ਦੀ ਪ੍ਰਾਇਮਰੀ ਲੈਂਗੁਏਜ ਇੰਗਲਿਸ਼ ਨਹੀਂ ਹੈ। And the third type of PTE is the PTE Home. PTE Home is a UK Home Office approved speaking and listening test. Means it consists of only 2 modules, and these modules are speaking and the listening. People applying for family or settlement visas in the UK mainly take this test. ਮੀਨਸ ਜੋ ਜਿਹੜੇ ਲੋਕ ਫੈਮਿਲੀ ਦੇ ਵਾਸਤੇ ਫੈਮਿਲੀ ਵੀਜ਼ਾ ਦੇ ਵਾਸਤੇ ਅਪਲਾਈ ਕਰ ਰਹੇ ਹੈ, ਜਾਂ ਵਰਕ ਵੀਜ਼ਾ ਦੇ ਵਾਸਤੇ ਅਪਲਾਈ ਕਰ ਰਹੇ ਹੈ, ਜਾਂ ਸਿਟੀਜ਼ਨਸ਼ਿਪ ਵਾਸਤੇ ਅਪਲਾਈ ਕਰ ਰਹੇ ਹੈ, ਉਹ PTE ਹੋਮ ਨੂੰ ਪ੍ਰੈਫਰ ਕਰਦੇ ਹੈ। ਤੇ PTE ਹੋਮ ਤੁਹਾਡਾ UK ਦੇ ਵਿੱਚ ਹੀ ਅਪਰੂਵਡ ਹੈ, ਅਦਰ ਕੰਟਰੀਜ਼ ਦੇ ਵਿੱਚ ਤੁਹਾਡਾ PTE ਹੋਮ ਅਪਰੂਵਡ ਨਹੀਂ ਹੈ। It is also a computer based English test which is accepted by the UK Home Office as a proof of language proficiency for several family and work visas, and for settlement and for citizenship. It is a pass-fail test which assesses your speaking and listening skills. ਮਤਲਬ ਕਿ ਜਿਵੇਂ ਤੁਸੀਂ PTE ਅਕੈਡਮਿਕ ਦੇਤਾ ਤੇ ਉਹਦੇ ਵਿੱਚ ਤੁਹਾਡਾ ਸਕੋਰ ਆਉਂਦਾ, ਉਹਦੇ ਵਿੱਚ ਤੁਸੀਂ ਪਾਸ ਫੇਲ ਨਹੀਂ ਆਉਂਦੇ, ਮੀਨਸ ਤੁਹਾਡਾ ਸਕੋਰ ਮਿਨੀਮਮ 4 ਤੋਂ ਲੈ ਕੇ 9 ਤੱਕ ਵੇਰੀ ਕਰਦਾ ਹੈ। ਬਟ ਇਨ ਕੇਸ ਆਫ PTE ਹੋਮ ਤੁਹਾਡੀ ਸਕੋਰਿੰਗ ਨਹੀਂ ਹੋਏਗੀ, ਤੁਹਾਡੀ ਪਾਸ ਜਾਂ ਫੇਲ ਹੋਏਗਾ, ਮਤਲਬ ਇਸ ਟੈਸਟ 'ਚ ਤੁਸੀਂ ਪਾਸ ਹੋ ਜਾਂ ਫੇਲ ਹੋ, ਜਿਵੇਂ ਤੁਹਾਡਾ 10th 12th ਦੇ ਵਿੱਚ ਹੁੰਦਾ ਕਿ ਇਧਰ ਪਾਸ ਹੈ ਔਰ ਫੇਲ ਹੈ। ਤਾਂ ਸੇਮ ਇਹ ਟੈਸਟ ਤੁਹਾਡਾ ਸਿਰਫ UK ਦੇ ਵਿੱਚ ਹੀ ਅਪਰੂਵਡ ਹੈ। So my point of view is that for discussing all these point ਕਿ ਜੇ ਤੁਸੀਂ ਸਟੱਡੀ ਵਾਸਤੇ ਅਪਲਾਈ ਕਰਨਾ ਹੈ, ਤੁਸੀਂ ਜਾਣਾ ਹੈ, ਮਤਲਬ ਤੁਸੀਂ ਕੈਨੇਡਾ ਜਾਣਾ ਹੈ, ਆਸਟ੍ਰੇਲੀਆ ਜਾਣਾ ਹੈ, ਜਾਂ ਨਿਊਜ਼ੀਲੈਂਡ ਜਾਣਾ ਹੈ, ਜਾਂ ਤੁਸੀਂ ਇਮੀਗ੍ਰੇਸ਼ਨ ਪਰਪਸਿਸ ਲਈ ਯੂਜ਼ ਕਰਨਾ ਹੈ, ਤਾਂ ਤੁਸੀਂ PTE ਅਕੈਡਮਿਕ ਹੀ ਯੂਜ਼ ਕਰਨਾ ਹੈ। ਤੇ PTE ਅਕੈਡਮਿਕ ਹੀ ਚੱਲਦਾ ਹੈ ਹਰ ਜਗ੍ਹਾ ਤੇ, ਜਿਹਦੇ 4 ਪਾਰਟਸ ਨੇ, ਰੀਡਿੰਗ, ਰਾਈਟਿੰਗ, ਸਪੀਕਿੰਗ ਐਂਡ ਲਿਸਨਿੰਗ। ਨੈਕਸਟ ਕੁਐਸਚਨ ਹੈ, what is the eligibility criteria for PTE? ਮੀਨਸ ਤੁਹਾਨੂੰ ਕਿਵੇਂ ਪਤਾ ਕਿ ਤੁਸੀਂ PTE ਦੇਣ ਲਈ ਐਲੀਜੀਬਲ ਹੋ ਜਾਂ ਨਹੀਂ ਹੋ। First point is candidate's age has to be minimum of 16 years. Means ਤੁਹਾਡੀ age minimum 16 ਸਾਲ ਦੀ ਹੋਣੀ ਚਾਹੀਦੀ ਹੈ। ਜੇ ਤੁਸੀਂ 16 ਸਾਲ ਤੋਂ ਘੱਟ ਹੋ ਤਾਂ ਤੁਸੀਂ ਪੇਪਰ ਦੇਣ ਲਈ ਐਲੀਜੀਬਲ ਨਹੀਂ ਹੋ, ਤੁਸੀਂ ਪੇਪਰ ਫਿਲ ਨਹੀਂ ਕਰ ਸਕਦੇ, ਤੁਸੀਂ ਪੇਪਰ ਦੇ ਹੀ ਨਹੀਂ ਸਕਦੇ। Now second point is that if your age is less than 18 years, means ਤੁਸੀਂ 16 ਸਾਲ ਦੇ ਤਾਂ ਹੋ but ਤੁਸੀਂ 18 ਸਾਲ ਤੋਂ ਘੱਟ ਹੋ, then candidates have to give information about parental consent. ਤੁਹਾਨੂੰ ਇੱਕ ਲੈਟਰ ਮਿਲਦੀ ਹੈ, ਉਹਦੇ ਵਿੱਚ ਤੁਸੀਂ ਪੈਰੈਂਟਲ ਕੰਸੈਂਟ ਦੇਣਾ ਹੁੰਦਾ ਹੈ, ਤੇ ਤੁਹਾਡੇ ਪੇਰੈਂਟਸ ਦੇ ਸਿਗਨੇਚਰ ਹੁੰਦੇ ਆ। ਜਦੋਂ ਤੁਸੀਂ ਐਗਜ਼ਾਮ ਦੇ ਵਿੱਚ ਅਪੀਅਰ ਹੋਣਾ ਤਾਂ ਤੁਸੀਂ ਉਸ ਕੰਸੈਂਟ ਨੂੰ ਸ਼ੋ ਕਰਨਾ ਹੈ। ਜੇ ਤੁਸੀਂ ਉਹ ਕੰਸੈਂਟ ਨਹੀਂ ਸ਼ੋ ਕਰ ਸਕਦੇ ਤਾਂ ਤੁਸੀਂ ਐਗਜ਼ਾਮ ਵਿੱਚ ਨਹੀਂ ਬੈਠ ਸਕਦੇ। means if your age lie in between 16 to 18 years ਤਾਂ ਤੁਸੀਂ ਉਹ ਕੰਸੈਂਟ ਦੇਣਾ ਹੈ, ਅਦਰਵਾਈਜ਼ ਤੁਸੀਂ ਐਗਜ਼ਾਮ ਲਈ ਐਲੀਜੀਬਲ ਨਹੀਂ ਹੋ। Next is candidates can give this exam as many times as they want. Means
ਉਹਦੀ ਕੋਈ ਲਿਮਿਟ ਨਹੀਂ ਹੈ ਕਿ ਤੁਸੀਂ ਇਹ ਐਗਜ਼ਾਮ ਇੱਕ ਵਾਰ ਹੀ ਦੇ ਸਕਦੇ ਹੋ ਜਾਂ ਸਾਲ 'ਚ ਇੱਕ ਵਾਰ ਦੇ ਸਕਦੇ ਹੋ, 2 ਵਾਰ ਦੇ ਸਕਦੇ ਹੋ, 3 ਵਾਰ ਦੇ ਸਕਦੇ ਹੋ। ਐਵੇਂ ਦਾ ਕੁਛ ਨਹੀਂ ਹੈ, ਤੁਸੀਂ ਜਿੰਨੀ ਮਰਜ਼ੀ ਵਾਰ ਵੀ ਐਗਜ਼ਾਮ ਦੇ ਸਕਦੇ ਹੋ। ਬਸ ਉਹਦੀ ਕੰਡੀਸ਼ਨ ਇਹ ਹੁੰਦੀ ਹੈ ਕਿ ਮੰਨ ਲਓ ਤੁਹਾਡਾ ਰਿਜ਼ਲਟ ਅੱਜ ਆਇਆ ਹੈ ਤੇ ਤੁਸੀਂ 8 ਡੇਜ਼ ਤੁਸੀਂ ਐਗਜ਼ਾਮ ਫਿਲ ਨਹੀਂ ਕਰ ਸਕਦੇ। ਆਫਟਰ 8 ਡੇਜ਼ ਤੁਸੀਂ ਐਗਜ਼ਾਮ ਫਿਲ ਕਰ ਸਕਦੇ ਹੋ। 8 ਦਿਨ ਤੋਂ ਬਾਅਦ ਤੁਸੀਂ ਕਦੇ ਵੀ ਐਗਜ਼ਾਮ ਫਿਲ ਕਰਕੇ ਆਪਣਾ ਐਗਜ਼ਾਮ ਦੁਬਾਰਾ ਦੇ ਸਕਦੇ ਹੋ। ਉਸ ਚੀਜ਼ ਦੀ ਕੋਈ ਲਿਮਿਟ ਨਹੀਂ ਹੈ। ਤੁਸੀਂ 1 ਸਾਲ 2 ਸਾਲ ਵਿੱਚ ਜਿੰਨੇ ਮਰਜ਼ੀ ਵਾਰ ਟੈਸਟ ਦੇ ਸਕਦੇ ਹੋ ਤੇ ਤੁਹਾਡਾ ਸਕੋਰ ਉਹੀ ਕੰਸੀਡਰ ਹੋਏਗਾ ਜੋ ਤੁਹਾਡਾ ਮੈਕਸਿਮਮ ਸਕੋਰ ਹੈ। ਔਰ ਅਗਰ ਤੁਸੀਂ ਸਟੱਡੀ ਪਰਪਸ ਦੇ ਲਈ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਸਕੋਰ ਦੀ ਜਿਹੜੀ ਵੈਲਿਡਿਟੀ ਹੁੰਦੀ ਹੈ ਉਹ 2 ਸਾਲ ਦੀ ਹੁੰਦੀ ਹੈ। ਮਤਲਬ 2 ਸਾਲ ਦੇ ਵਿੱਚ ਜਿਹੜਾ ਵੀ ਤੁਹਾਡਾ ਮੈਕਸਿਮਮ ਸਕੋਰ ਆਇਆ ਉਹ ਤੁਹਾਡਾ ਕੰਸੀਡਰ ਹੋਏਗਾ। ਬਟ ਅਗਰ ਤੁਸੀਂ ਇਮੀਗ੍ਰੇਸ਼ਨ ਪਰਪਸ ਲਈ ਯੂਜ਼ ਕਰਨਾ ਹੈ ਤਾਂ ਉਸ ਸਕੋਰ ਦੀ ਵੈਲਿਡਿਟੀ ਤੁਹਾਡੀ 3 ਇਅਰਸ ਦੀ ਹੁੰਦੀ ਹੈ। 3 ਸਾਲ ਤੱਕ ਉਹ ਸਕੋਰ ਤੁਹਾਡਾ ਵੈਲਿਡ ਹੁੰਦਾ ਹੈ। नेक्स्ट क्वेश्चन है कि देयर इज़ नो मैक्सिमम एज बैरियर ऑल्सो, मतलब मिनिमम एज बैरियर हैगा कि 16 ईयर्स के होने चाहिए हैं। और अगर तुसी 16 to 18 ईयर्स हो तो तुहाडा पैरेंटल कंसेंट ज़रूरी है। बट मैक्सिमम एज लिमिट कोई नहीं हैगी, मतलब मैक्सिमम तुसी किसी भी एज के विच एग्जाम नू फिल कर सकते हो और कितनी मर्जी बार तुसी ये एग्जाम दे सकते हो। फॉर स्टडी परपस इस एग्जाम की जी वैलिडिटी है वो 2 ईयर्स की है, बट फॉर इमीग्रेशन इट इज़ फॉर 3 ईयर्स वैलिड। नैक्सट है हाउ टू रजिस्टर फॉर दी PTE एग्जाम। तुसी PTE एग्जाम वास्ते रजिस्टर किमें करना है, मतलब किहड़े स्टैप्स नू तुसी फॉलो करना है PTE एग्जाम नू रजिस्टर करने वास्ते। First you have go to the official website of Pearson PTE and website name is pearsonpte.com। तुसी pearsonpte.com ਨੂੰ login करना है, then create an account on the website। उत्थे तुसी अपना account create करना है। अकाउंट क्रिएट करने वास्ते तुहानू अपना नेम, लास्ट नेम, ईमेल ID, पासवर्ड जिहड़ा भी तुसी रखोगे, प्लस तुसी किहड़ी कंट्री विच जाना चाहुंदे हो, किस परपस लई जाना चाहुंदे हो, मतलब तुसी इमीग्रेशन लई अप्लाई कर रहे हो या तुसी स्टडी वीज़ा लई अप्लाई कर रहे हो, प्लस तुहाडे पासपोर्ट दे फ्रंट पेज की फोटो एंड लास्ट पेज की फोटो वो चाहिए है। अदरवाइज तुहाडा अकाउंट क्रिएट हो जाएगा। सानू सिर्फ यही बेसिक इन्फॉर्मेशन चाहिए है, योर नेम, your last name, your email ID, your password, then on in which country you are applying, or you are applying for immigration, or you are applying for study purposes, and you have to put the photo of front page of the passport and the last page of your passport। Now आफ्टर क्रिएटिंग एंड लॉगिंग इन टू योर अकाउंट, ਜਦੋਂ ਤੁਸੀਂ ਇਹ ਸਾਰੀ ਇਨਫੋਰਮੇਸ਼ਨ ਫਿਲ ਕਰ ਦੋਗੇ ਤਾਂ ਤੁਹਾਡਾ ਅਕਾਊਂਟ ਕ੍ਰੀਏਟ ਹੋ ਜਾਏਗਾ, ਤੁਹਾਨੂੰ ਯੂਜ਼ਰ ਨੇਮ ਮਿਲ ਜਾਏਗਾ, ਤੁਹਾਨੂੰ ਪਾਸਵਰਡ ਮਿਲ ਜਾਏਗਾ। ਦੈਨ ਯੂ ਕਮ ਟੂ ਦੀ ਹੋਮ ਪੇਜ ਆਫ ਦੀ Pearson PTE ਵੈਬਸਾਈਟ, ਤਾਂ ਤੁਸੀਂ ਹੋਮ ਪੇਜ ਤੇ ਆ ਜਾਓਗੇ Pearson ਦੇ। ਦੈਨ ਔਨ ਦੀ ਰਾਈਟ ਹੈਂਡ ਸਾਈਡ you will see a book a test option on the top right side and click on that option। ਤਾਂ ਤੁਹਾਨੂੰ ਰਾਈਟ ਸਾਈਡ ਦੇ ਟੌਪ ਤੇ ਇੱਕ ਆਪਸ਼ਨ ਦਿਖੇਗੀ ਬੁੱਕ ਅ ਟੈਸਟ, ਜਦੋਂ ਤੁਸੀਂ ਟੈਸਟ ਨੂੰ बुक करना है। then click on check test availability and book test, ਤਾਂ ਤੁਸੀਂ ਉਸ check test availability ਤੇ book test ਤੇ click करना है कि ਕਿਹੜੀਆਂ ਟੈਸਟ ਅਵੇਲੇਬਲ ਹੈਗੀਆਂ, ਕਿਹੜੀਆਂ ਡੇਟਸ ਹੈ ਤੇ ਤੁਸੀਂ ਉਸ ਟੈਸਟ ਤੇ ਬੁੱਕ ਕਰ ਰਹੇ ਹੋ। then you will get a search bar to enter the location। ਜਦੋਂ ਤੁਸੀਂ ਉਸ ਰਾਈਟ ਆਪਸ਼ਨ ਤੇ ਕਲਿੱਕ ਕਰੋਗੇ ਤਾਂ ਤੁਸੀਂ ਇੱਕ ਬਾਰ ਆਏਗੀ ਜਿੱਥੇ ਆਏਗੀ ਲੋਕੇਸ਼ਨ। ਲੋਕੇਸ਼ਨ ਮੀਨਸ ਤੁਸੀਂ ਦਿੱਲੀ 'ਚ ਦੇ ਰਹੇ ਹੋ ਟੈਸਟ, ਤੁਸੀਂ ਪੰਜਾਬ 'ਚ ਦੇ ਰਹੇ ਹੋ ਜਾਂ ਹਰਿਆਣਾ 'ਚ ਦੇ ਰਹੇ ਹੋ, ਮਤਲਬ ਉਹ ਲੋਕੇਸ਼ਨ ਤੁਸੀਂ ਫਿਲ ਕਰ ਸਕਦੇ ਹੋ ਜਿੱਥੇ ਤੁਸੀਂ ਟੈਸਟ ਨੂੰ ਬੁੱਕ ਕਰਨਾ ਹੈ। ਮਤਲਬ ਉਹ ਸੈਂਟਰ ਤੁਹਾਡਾ ਉੱਥੇ ਆ ਰਿਹਾ ਜਾਂ ਨਹੀਂ ਆ ਰਿਹਾ। ਕਿਹੜੇ ਪੰਜਾਬ 'ਚ ਤੁਸੀਂ ਚੰਡੀਗੜ੍ਹ 'ਚ ਫਿਲ ਕਰ ਰਹੇ ਹੋ, ਜਲੰਧਰ 'ਚ ਫਿਲ ਕਰ ਰਹੇ ਹੋ, ਲੁਧਿਆਣੇ ਫਿਲ ਕਰ ਰਹੇ ਹੋ ਜਾਂ ਪਟਿਆਲੇ ਫਿਲ ਕਰ ਰਹੇ ਹੋ। then you will see all the appointments of your chosen location। ਜਦੋਂ ਤੁਸੀਂ ਉਹ ਟੈਸਟ ਸੈਂਟਰ ਨੂੰ ਚੂਜ਼ ਕਰ ਲੋਗੇ ਤਾਂ ਕਿਹੜੀਆਂ ਡੇਟਸ ਉੱਥੇ ਅਵੇਲੇਬਲ ਹੈਗੀਆਂ, ਮਤਲਬ ਟਾਈਮ ਪੀਰੀਅਡ, ਕਿਹੜੇ ਟਾਈਮ ਸਲੋਟਸ ਅਵੇਲੇਬਲ ਹੈ ਤੇ ਕਿਹੜੀਆਂ ਡੇਟਸ ਅਵੇਲੇਬਲ ਹੈਗੀਆਂ। then choose an available appointment and click the book option। ਤੁਸੀਂ ਜਿਹੜੀ ਅਵੇਲੇਬਲ ਅਪਾਇੰਟਮੈਂਟ ਹੈ ਉਹ ਜਿਹੜੀ ਤੁਹਾਡੀ ਬੁੱਕ ਆਪਸ਼ਨ ਹੈ ਉਹਨੂੰ ਚੈੱਕ ਕਰਨਾ ਹੈ ਤੇ ਤੁਸੀਂ ਡੇਟ ਤੇ ਟਾਈਮ ਨੂੰ ਕੇਅਰਫੁਲੀ ਚੈੱਕ ਕਰਨਾ ਹੈ ਕਿ ਹਾਂ ਮੈਂ ਇਸ ਡੇਟ ਤੇ ਇਸ ਟਾਈਮ ਪੀਰੀਅਡ ਤੇ ਟੈਸਟ ਨੂੰ ਬੁੱਕ ਕਰਨੀ ਹੈ। ਬੇਸਿਕਲੀ ਤੁਹਾਡੇ ਕੋਲ 3 ਸਲੋਟਸ ਹੁੰਦੇ ਆ ਦਿਨ ਦੇ, ਇੱਕ ਮਾਰਨਿੰਗ ਦਾ ਸਲੋਟ ਹੁੰਦਾ ਹੈ 8 o'clock ਦਾ, ਇੱਕ ਤੁਹਾਡਾ ਆਫਟਰਨੂਨ ਦਾ ਸਲੋਟ ਹੁੰਦਾ ਹੈ 1:30 ਦਾ, ਇੱਕ ਤੁਹਾਡਾ ਆਫਟਰਨੂਨ ਈਵਨਿੰਗ ਦਾ ਸਲੋਟ ਹੁੰਦਾ ਹੈ 4:30 ਦਾ। ਉਸ ਦੇ ਅਕੋਰਡਿੰਗ ਤੁਸੀਂ ਆਪਣਾ ਸਲੋਟ ਚੈੱਕ ਕਰ ਸਕਦੇ ਹੋ। ਨੈਕਸਟ ਕੁਐਸਚਨ ਹੈ
then you have to pay the registration fees for your exam। ਤੁਸੀਂ registration fees pay ਕਰਨੀ ਹੈ ਜੋ ਕਿ ਹੈਗੀ ਹੈ 15,900 registration fees ਹੈ। and after paying the fees your PT academic exam will be booked। ਉਸ ਤੋਂ ਬਾਅਦ ਜਿਹੜਾ ਤੁਸੀਂ fees pay ਕਰ ਦਿੰਦੇ ਹੋ ਤਾਂ ਤੁਹਾਡਾ ਜਿਹੜਾ exam ਹੈ ਉਹ book ਹੋ ਜਾਂਦਾ ਹੈ। ਤੇ in case ਅਗਰ ਤੁਸੀਂ ਆਪਣੀ dates ਨੂੰ change ਕਰਨਾ ਹੈ ਮਤਲਬ ਉਸਨੂੰ postpone ਕਰਨਾ ਹੈ ਤਾਂ ਅਗਰ ਤੁਸੀਂ 7 days within 7 days ਮਤਲਬ ਤੁਹਾਡਾ exam 15 ਦਿਨ ਬਾਅਦ ਹੈ ਤਾਂ ਤੁਸੀਂ ਉਹ ਡੇਟ ਨੂੰ ਚੈੱਕ ਕਰ ਸਕਦੇ ਹੋ ਤੇ ਤੁਹਾਡੀ ਉਹ ਰਿਫੰਡੇਬਲ ਹੋ ਜਾਏਗੀ ਫੀਸ। ਬਟ ਅਗਰ ਤੁਸੀਂ 3-4 ਦਿਨ ਪਹਿਲਾਂ ਉਹਨੂੰ ਪੋਸਟਪੋਨ ਕਰ ਰਹੇ ਹੋ ਤਾਂ ਤੁਹਾਡੀ ਫੀਸ ਰਿਫੰਡ ਨਹੀਂ ਹੋਏਗੀ ਮਤਲਬ ਤੁਹਾਨੂੰ ਫੀਸ ਪੂਰੀ ਦੇਣੀ ਪਏਗੀ। ਤੇ ਇਹ ਕੰਡੀਸ਼ਨਸ ਹੁੰਦੀਆਂ ਕਿ ਅਗਰ ਤੁਸੀਂ ਐਗਜ਼ਾਮ ਨੂੰ ਪੋਸਟਪੋਨ ਕਰ ਰਹੇ ਹੋ। ਅੱਜ ਦੀ ਮੇਰੀ ਵੀਡੀਓ ਦਾ ਹੀ ਕਨਕਲੂਜਨ ਸੀ ਕਿ ਸਾਨੂੰ ਕਿਹੜਾ ਟੈਸਟ ਫਿਲ ਕਰਨਾ ਚਾਹੀਦਾ ਹੈ, ਦੈਟ ਇਜ਼ ਪੀਟੀ ਅਕੈਡਮਿਕ। ਸਾਨੂੰ ਉਹੀ ਟੈਸਟ ਦੇਣਾ ਚਾਹੀਦਾ ਹੈ। ਤੇ ਜੇ ਤੁਸੀਂ ਪੀਟੀਈ ਟੈਸਟ ਬੁੱਕ ਕਰਨਾ ਹੈ ਜਾਂ ਮੌਕ ਟੈਸਟ ਵੀ ਬੁੱਕ ਕਰਨੇ ਤਾਂ ਉਹਦੇ ਵੀ ਸੇਮ ਹੀ ਸਟੈਪਸ ਨੇ। ਮਤਲਬ ਉੱਥੇ ਤੁਸੀਂ ਬੁੱਕ ਮੌਕ ਟੈਸਟ ਆ ਜਾਏਗਾ, ਤੁਸੀਂ ਮੌਕ ਟੈਸਟ ਬੁੱਕ ਕਰ ਸਕਦੇ ਹੋ ਜਿੱਥੇ ਤੁਸੀਂ ਆਪਣੀ ਬੇਸਿਕ ਇਨਫੋਰਮੇਸ਼ਨ ਨੂੰ ਫਿਲ ਕਰਨਾ ਹੈ। Please like and subscribe my video and channel, and for more details you can contact on my email id amarptclasses@gmail.com। You can also put your comments in the comment box and you can also share views, and if you want any other further information, any other points, you can also email me and you can also put in the comment box। Thank you everyone for watching this video।